ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਕਾਫੀ ਲੋਕਾਂ ਦਾ ਨੁਕਸਾਨ ਹੋਇਆ। ਬਹੁਤ ਸਾਰੇ 125 ਦੇ ਕਰੀਬ ਮੌਤਾਂ ਹੋਈਆਂ ਨੇ, ਬਹੁਤ ਸਾਰੇ ਘਰ ਉਜੜ ਗਏ ਨੇ। ਹਾਲਾਂਕਿ ਸਰਕਾਰ ਹੁਣ ਵੱਡੀ ਗਿਣਤੀ ਦੇ ਵਿੱਚ ਛਾਪੇ ਮਾਰ ਰਹੀ ਆ ਔਰ ਕਈ ਲੋਕ ਵੀ ਫੜੇ ਨੇ ਤੇ ਵੱਡੀ ਗਿਣਤੀ ਵੱਡੀ ਮਾਤਰਾ ਵਿੱਚ ਦੇਸੀ ਲਾਣ ਜਾਂ ਜਿਹੜੀ ਸਪਿਰਿਟ ਉਹ ਵੀ ਫੜੀ ਜਾ ਰਹੀ ਹੈ। ਬਹੁਤ ਸਾਰੀਆਂ ਫੈਕਟਰੀਆਂ ਤੇ ਵੀ ਛਾਪੇ ਮਾਰੇ ਨੇ। ਇਸ ਮਸਲੇ ਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਦੀ ਕੀ ਜ਼ਿੰਮੇਵਾਰੀ ਰਹੀ ਹੈ ਜਾਂ ਹੁਣ ਕੀ ਭਵਿੱਖ ਦੇ ਵਿੱਚ ਇਦਾਂ ਦਾ ਕੋਈ ਫਿਰ ਕਾਂਡ ਨਾ ਵਾਪਰੇ, ਹੋਰ ਕਿੰਨੀ ਸਖਤੀ ਕੀਤੀ ਜਾ ਸਕਦੀ ਗਰਾਊਂਡ ਲੈਵਲ ਤੇ? ਉਸ ਸਬੰਧ ਵਿੱਚ ਅਸੀਂ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਸ਼੍ਰੀ ਏ ਵੈਨੂ ਪ੍ਰਸਾਦ ਜੀ ਦੇ ਨਾਲ ਗੱਲਬਾਤ ਕਰਾਂਗੇ। ਸਰ, ਡਿਪਾਰਟਮੈਂਟ ਦੀ ਕਿੰਨੀ ਕੀ ਜ਼ਿੰਮੇਵਾਰੀ ਬਣਦੀ ਗਰਾਊਂਡ ਲੈਵਲ ਤੇ, ਕਿਉਂਕਿ ਬਹੁਤ ਸਾਰਾ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਕਿ ਬਹੁਤ ਜ਼ਿਆਦਾ ਲੋਕਾਂ ਦਾ ਜਾਨੀ ਨੁਕਸਾਨ ਹੋਇਆ। ये अनफॉर्चुनेट इंसिडेंट हुआ, इस दे विच लगभग 120 लोगों का मौत हो गया। मैं समझदा कि पुलिस डिपार्टमेंट अभी इन्वेस्टिगेशन कर रहे हैं। हेल्थ डिपार्टमेंट भी पोस्टमार्टम किया, उसका विसरा रिपोर्ट आना है। उस दे बाद ही पता लगेगा एग्जैक्ट काज ऑफ डेथ की है। सो उस दे विच कोई भी रिस्पॉन्सिबिलिटी साडे डिपार्टमेंट दा हुंदे तो डेफिनेटली असी एक्शन लेवांगे। डिपार्टमेंट ਜਿਹੜੇ ਕਿ ਕਹਿ ਰਹੇ ਕਿ ਕੋਟਾ ਜਿਹੜੀ ਇਹਦੇ 'ਚ ਕੈਮੀਕਲ ਆ, ਉਹ ਕੈਮੀਕਲ ਉਹੀ ਹੈ ਜਿਹੜਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਕੋਟਾ ਫਿਕਸ ਕੀਤਾ ਹੋਇਆ ਡਿਸਟਿਲਰੀ ਨੂੰ, ਕਿ ਜਾਂ ਹੋਰ ਕੋਈ ਕੈਮੀਕਲ ਤਿਆਰ ਕੀਤਾ ਗਿਆ? ये जो केमिकल है, जो हमारा डिपार्टमेंट के ऑफिसर्स हैं, ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇੰਟੈਂਸਿਵ ਚੈਕਿੰਗ ਕਰਾਇਆ ਨੇਬਰਿੰਗ ਵਿਲੇजेस ਦੇ ਵਿੱਚ, ਜਿੱਤੇ ਵੀ ਥੋੜਾ ਮੋਟਾ ਮਾਲ ਮਿਲਿਆ ਸੀ ਸਿਮਿਲਰ ਟੂ ਦਿਸ ਪ੍ਰੋਡਕਟ, ਅਸੀਂ ਉਹਨਾਂ ਨੂੰ ਡਿਸਟਰਾਈ ਵੀ ਕੀਤਾ। ਬਟ ਦੇਖਣ ਦੇ ਵਿੱਚ ਇਹ ਪਤਾ ਲੱਗਿਆ ਕਿ ਮੋਰ ਆਰ ਲੈਸ ਇਹ ਹੈ ਮਿਥਾਈਲ ਅਲਕੋਹਲ ਬੇਸ ਲੱਗ ਰਹੀ ਸੀ। ਉਹ ਐਗਜ਼ੈਕਟ ਤੋਂ ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਪਤਾ ਲੱਗੇਗਾ। ਜੋ ਮਿਥਾਈਲ ਅਲਕੋਹਲ ਹੈ ਅਸੀਂ ਬਿਲਕੁਲ ਹੀ ਕੰਟਰੋਲ ਨਹੀਂ ਕਰਦੇ ਡਿਪਾਰਟਮੈਂਟ ਵੱਲੋਂ, ਔਰ ਕੋਈ ਡਿਸਟਿਲਰੀ ਮਿਥਾਈਲ ਅਲਕੋਹਲ ਬਣਾਉਣ ਵਾਸਤੇ ਪਰਮਿਸ਼ਨ ਅਸੀਂ ਨਹੀਂ ਦਿੰਦੇ। ਸੋ ਜੋ ਵੀ ਇਹਨਾਂ ਨੇ ਜੋ ਵੀ ਮਿਥਾਈਲ ਅਲਕੋਹਲ ਯੂਜ਼ ਕੀਤਾ ਹੋਵੇ, ਦੈਟ ਇਜ਼ ਕੰਪਲੀਟਲੀ ਇਲੀਗਲ ਐਕਟੀਵਿਟੀ ਹੈ। ਸਰ, ਕੋਈ ਵੀ ਲਿਕਰ ਹੈ ਚਾਹੇ ਕੰਟਰੀ ਮੇਡ ਹੈ ਚਾਹੇ ਦੂਜੇ ਵੀ ਇੰਗਲਿਸ਼ ਜਿਹਨੂੰ ਆਪਾਂ ਕਹਿ ਦਿੰਦੇ, ਉਹਦੇ 'ਚ ਜਿਹੜੇ ਮਿਥਨੋਲ ਇਹ ਯੂਜ਼ ਹੁੰਦੀ ਕਿ ਨਹੀਂ ਹੁੰਦੀ? ਸਰ, ਇਹ ਬਿਲਕੁਲ ਯੂਜ਼ ਨਹੀਂ ਹੁੰਦੀ ਮਿਥਨॉल। ਮਿਥਨॉल ਦੇ ਨਾਲ ਐਕਚੁਅਲੀ ਬੰਦੇ ਦਾ ਕਾਫੀ ਹਾਰਮਫੁਲ ਇਫੈਕਟਸ ਹੁੰਦੇ ਹੈ, ਇਸ ਕਰਕੇ ਮਿਥਨॉल ਕभी ਯੂਜ਼ ਨਹੀਂ ਕਰਦੇ। ਅਸੀਂ ਯੂਜ਼ ਕਰਦੇ ਐਕਸਟਰਾ ਨਿਊਟਰਲ ਅਲਕੋਹਲ। ये खास करके शुगर केन मोलासिस थ्रू, और पंजाब ਦੇ ਵਿੱਚ ਅੱਜ ਕੱਲ ग्रेन जो रॉटन ग्रेन होंगे उस यूज़ करके असी ENA एक्स्ट्रा न्यूट्रल अल्कोहल बनाते हैं। वो उस दे विच फिर दो टाइप का अल्कोहल बनते हैं, लिकर बनते हैं। एक तो पंजाब मीडियम लिकर कहते देसी शराब, एक है अंग्रेजी शराब IMFL बनती है। सो पंजाब दे विच लगभग 14 डिस्टलरीज हैं और हर डिस्टलरी ENA बनाते हैं, हर डिस्टलरी PML बनाते हैं। काफ़ी डिस्टलरीज हैं अपना अपना अंग्रेजी शराब के ब्रांड भी बनाते हैं। ਸਰ, ਇਹ ਹਰ ਡਿਸਟਿਲਰੀ ਦਾ ਕੋਟਾ ਫਿਕਸ ਹੈ ਡਿਸਟ੍ਰਿਕਟ ਵਾਈਜ਼, ਕਿ ਜਾਂ ਜਿਹੜੀ ਡਿਸਟਿਲਰੀ ਹੈਗੀ ਆ ਉਹਦੀ ਕਪੈਸਿਟੀ ਦੇ ਮੁਤਾਬਕ ਕੋਟਾ ਫਿਕਸ ਹੈਗਾ ਜਿਹੜਾ ਐਕਸਟਰਾ ਨਿਊਟਰਲ ਅਲਕੋਹਲ? ਅਸੀਂ ਜੋ ਪੰਜਾਬ मीडियम लिकर है देसी शराब है उस दा असी कोटा फिक्स करते हैं, क्योंकि जिन्ने भी डिस्टलरीज हैं, सपोज आज दे दिन 6 लाख और 6 करोड़ प्रूफ लीटर का है, वो जिन्ने भी डिस्टलरीज हैं उस दे विच उन्हां नूं इक्वली डिस्ट्रीब्यूट करते हैं। रफली अबाउट 30% 40% है वो असी कहते कि ओपन कोटा। सो जो रिटेल वेंड है, जो कंट्रैक्टर है, लिकर कंट्रैक्टर है, वो अपने चॉइस मुताबिक वो ऑप्ट करते हैं, अपना चॉइस मुताबिक डिस्टलरी कोई भी डिस्टलरी तो वो पिकअप कर सकते हैं। ਇਹ ਕਹਿ ਰਹੇ ਕਿ ਕੋਟਾ ਘਟਾਇਆ ਗਿਆ ਸੀ ਸ਼ਾਇਦ ਇਸ ਕਰਕੇ ਜਿਹੜਾ ਮਿਥਨੋਲ ਜ਼ਿਆਦਾ ਲੋਕਾਂ ਨੇ ਯੂਜ਼ ਕੀਤੀ, ਜਿਹੜੇ ਇਸ ਜਿਹੜਾ ਗੈਰ ਕਾਨੂੰਨੀ ਧੰਦਾ ਕਰਦੇ ਲੋਕ? नहीं, कोटा नाल तो बिल्कुल ही ये कोई रिलेशन नहीं है, क्योंकि जो कोटा है असी फिक्स कर दे दैट इज़ ओनली फॉर देसी शराब वास्ते। सो देसी शराब वास्ते आज के दिन जो भी है 6 करोड़ प्रूफ लीटर असी फिक्स किया। मैं समझदा कि उस दे अलावा भी एडिशनल कोटा भी फिक्सड है। हुण असी एक 50% रेट ते एडिशनल 5% कोटा भी असी रिलीज़ किया। मैं ख्याल से ये कोई प्रॉब्लम नहीं है कोटा का। इनफैक्ट साढ़े जितने कंजम्पशन है उस मुताबिक तो काफ़ी सफिशिएंट है। ਸਰ, ਜਿਹੜਾ ਇਨੀਸ਼ੀਅਲੀ ਤੁਸੀਂ 3-4 ਡਿਸਟ੍ਰਿਕਟ ਜਿੱਥੇ ਕਿ ਜਾਂਚ ਕਰੀ ਉਹਦੇ ਵਿੱਚੋਂ ਲੱਗਦਾ ਕਿ ਜਿਹੜਾ ਮਿਥਨੋਲ ਕੈਮੀਕਲ ਇਹ ਖੁਦ ਬਣਾਇਆ ਗਿਆ ਜਾਂ ਕਿੱਥੋਂ ਪੈਦਾ ਹੋਇਆ ਇਹ ਵੱਲ? ये एग्जैक्ट तो पुलिस इन्वेस्टिगेट कर रहे हैं, उसके बाद ही पता लगेगा। बट कल परसों असी एक डेरा बस्सी में 2-3 केमिकल फैक्ट्रीज असी
इंस्पैक्शन कराया उत्ते इलीगली अनऑथराइज्ड सोर्सेस यूज़ करके वो केमिकल्स कुछ बना रहे हैं उत्ते भी साढ़े एक्साइज डिपार्टमेंट पुलिस डिपार्टमेंट मदद नाल अरेस्ट भी करवाया कुछ इंट्रागेशन भी कर रहे हैं उसके बाद एग्जैक्टली क्या केमिकल बना रहे हैं किन्हां नूं सप्लाई कर रहे हैं ਕੀ ਉਹਨਾਂ ਦਾ ਰਾ ਮਟੀਰੀਅਲ ਹੈ ਉਹ ਪਤਾ ਲੱਗੇਗਾ ਬਟ ਸਾਡੇ ਡਿਪਾਰਟਮੈਂਟ ਵੱਲੋਂ ਇਸ ਤਰ੍ਹਾਂ ਦਾ ਇਲੀਗਲ ਐਕਟੀਵਿਟੀ ਦਾ ਹੈ ਉਹ ਬਿਲਕੁਲ ਜ਼ੀਰੋ ਟੋਲਰੈਂਸ ਹੈ ਅਸੀਂ ਲਗਭਗ 3-4 ਮਹੀਨੇ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ 8000 FIRs ਦਰਜ ਕਰਾਇਆ ਲਗਭਗ 21 ਲੱਖ ਲੀਟਰ ਲਹਾਨ ਨੂੰ ਅਸੀਂ ਡਿਸਟਰੋਏ ਕੀਤਾ ਸਿਮਿਲਰਲੀ 2,80,000 ਲੀਟਰ ਇਲਿਸਿਟ ਲਿਕਰ ਹੈ ਉਸ ਨੂੰ ਵੀ ਅਸੀਂ ਡਿਸਟਰੋਏ ਕੀਤਾ ਸੋ ਸਾਡੇ ਡਿਪਾਰਟਮੈਂਟ ਦਾ ਇਹੀ ਹੈ ਕਿ जीरो टॉलरेंस रखे जो लोगों को सही रेट पे गुड क्वालिटी शराब मिले ਸਰ ਇੱਕ ਹੋਰ ਤੁਹਾਡੇ ਕੋਲ ਇੰਨਾ ਸਟਾਫ ਹੈ ਕਿ ਜਿਸ ਤਰ੍ਹਾਂ ਤੁਸੀਂ ਕਿ ਅਸੀਂ ਬਹੁਤ ਪਿਛਲੇ 3 ਮਹੀਨਿਆਂ ਦੇ ਵਿੱਚ ਬਹੁਤ ਵੱਡੀ ਕਾਰਵਾਈ ਕੀਤੀ ਹੈ ਕਿ ਗੈਰ ਕਾਨੂੰਨੀ ਸ਼ਰਾਬ ਫੜੀ ਆ ਲੋਕ ਫੜੇ ਨੇ ਗਰਾਊਂਡ ਲੈਵਲ ਤੇ ਕਿੰਨਾ ਕੀ ਤੁਹਾਡੇ ਕੋਲ ਸਟਾਫ ਹੈਗਾ ਕਿਉਂਕਿ ਜਿਹੜੇ ਹੁਣ 3 ਡਿਸਟ੍ਰਿਕਟ ਦੇ ਵਿੱਚ ਇਹ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਲੋਕ ਮਰੇ ਨੇ ਉਹਦੇ ਡਿਪਾਰਟਮੈਂਟ ਦੇ ਲੱਗਦਾ ਕਿ ਲੋਕਾਂ ਦੀ ਸ਼ਮੂਲੀਅਤ ਹੋਏਗੀ ਲੋਕਾਂ ਦੀ ਨਾਲ ਮਿਲੀ ਭੁਗਤ ਹੋਏਗੀ ਜੀ ਸਟਾਫ ਹੈ ਖਾਸ ਕਰਕੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਸਾਡਾ ਇੱਕ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰ ਹੁੰਦੇ ਹੈ ਉਹਨਾਂ ਦੇ ਥੱਲੇ ਐਕਸਾਈਜ਼ ਇੰਸਪੈਕਟਰਸ ਹੁੰਦੇ ਹੈ ਇਹ ਹੈ ਕਿ ਇਹ ਇੰਸਪੈਕਟਰਸ ਨਾਰਮਲੀ ਉਹਨਾਂ ਦਾ ਪਰਮਿਟਸ ਇਸ਼ੂ ਕਰਨਾ ਰੈਵਨਿਊ ਇਕੱਠਾ ਕਰਨਾ ਉਸ ਦੇ ਵਿੱਚ ਕਾਫੀ ਬਿਜ਼ੀ ਰਹਿੰਦੇ ਹੈ ਬਟ ਉਹਨਾਂ ਦਾ ਬੇਸਿਕ ਇਹ ਵੀ ਹੈ ਕਿ ਇਲਿਸਿਟ ਲਿਕਰ ਹੈ ਇਲੀਗਲ ਲਿਕਰ ਹੈ ਉਸ ਨੂੰ ਵੀ ਚੈਕਿੰਗ ਕਰਨਾ ਔਰ ਜੋ ਵੀ ਇਸ ਤਰ੍ਹਾਂ ਦਾ ਐਕਟੀਵਿਟੀਜ਼ ਹੁੰਦੇ ਹੈ ਪੁਲਿਸ ਦੇ ਹੈਲਪ ਪੁਲਿਸ ਦੇ ਮਦਦ ਨਾਲ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਇਨੀਸ਼ੀਏਟ ਕਰਨਾ ਵੀ ਹੁੰਦੇ ਹੈ ਹੁਣ ਅਸੀਂ ਪੰਜਾਬ ਦੇ ਵਿੱਚ ਆਪਰੇਸ਼ਨ ਰੈੱਡ ਰੋਜ਼ ਅਸੀਂ ਸ਼ੁਰੂ ਕੀਤਾ ਉਸ ਦੇ ਵਿੱਚ ਹਰ ਇੱਕ ਡਿਸਟ੍ਰਿਕਟ ਦੇ ਡਿਪਟੀ ਕਮਿਸ਼ਨਰਸ ਔਰ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੂੰ ਵੀ ਅਸੀਂ ਇਨਵੋਲਵ ਕੀਤਾ ਉਹ ਵੀ ਸਾਨੂੰ ਕਾਫੀ ਮਦਦ ਕਰ ਰਹੇ ਹੈ ਸੋ ਮੈਂ ਸਮਝਦਾ ਕਿ ਇਹ ਕਲੈਕਟਿਵ ਐਕਸ਼ਨ ਜ਼ਰੂਰੀ ਹੈ ਉਸ ਦੇ ਨਾਲ ਹੀ ਇਸ ਤਰ੍ਹਾਂ ਦਾ ਕੋਈ ਵੀ ਬੂਟਲੈਗਰਸ ਹੈ ਇਲਿਸਿਟ ਡਿਸਟਿਲੇਸ਼ਨ ਹੈ ਕੋਈ ਨਾਈਬਰਿੰਗ ਸਟੇਟਸ ਦੇ ਜੋ ਸ਼ਰਾਬ ਆਉਂਦੇ ਇਲੀਗਲੀ ਅਸੀਂ ਕੰਟਰੋਲ ਕਰ ਸਕਦੇ ਹਾਂ ਜਿਹੜਾ ਆਪਰੇਸ਼ਨ ਰੈੱਡ ਰੋਜ਼ ਹੈ ਇਹ ਪਹਿਲਾਂ ਹੀ ਚੱਲ ਰਿਹਾ ਕਿ ਜਿਹੜੇ ਜ਼ਹਿਰੀਲੀ ਸ਼ਰਾਬ ਪੀਂਦੇ ਲੋਕ ਮਰੇ ਉਸ ਤੋਂ ਬਾਅਦ ਸ਼ੁਰੂ ਕੀਤਾ ਹੈਗਾ ਇਹਦੀ ਕੀ ਪੂਰਾ ਕੀ ਹੈ ਆਪਰੇਸ਼ਨ ਰੈੱਡ ਰੋਜ਼ ਇਹ ਆਪਰੇਸ਼ਨ ਰੈੱਡ ਰੋਜ਼ ਹੈ ਅਸੀਂ ਇਸ ਫਾਈਨੈਂਸ਼ੀਅਲ ਈਅਰ ਬਿਗਿਨਿੰਗ ਦੇ ਵਿੱਚ ਅਸੀਂ ਸ਼ੁਰੂ ਕੀਤਾ ਇਹ ਇਨਸੀਡੈਂਟ ਦੇ ਕਾਫੀ ਪਹਿਲੇ ਅਸੀਂ ਸ਼ੁਰੂ ਕੀਤਾ ਇਸ ਦੇ ਵਿੱਚ ਬੇਸਿਕਲੀ ਇਹ ਹੈ ਕਿ ਜੋ ਵੀ ਇਲੀਗਲ ਐਕਟੀਵਿਟੀ ਹੁੰਦੇ ਹੈ ਵਿਦ ਰਿਗਾਰਡਸ ਟੂ ਲਿਕਰ ਮੈਨੂਫੈਕਚਰਿੰਗ ਉਸ ਨੂੰ ਕੰਟਰੋਲ ਕਰਨਾ ਹੈ ਵੈਦਰ ਇਟ ਮੇ ਬੀ ਲਾਨ ਹੋਵੇ ਵੈਦਰ ਇਟ ਇਜ਼ ਇਲੀਗਲ ਡਿਸਟਿਲੇਸ਼ਨਸ ਹੋਵੇ ਔਰ ਨਾਈਬਰਿੰਗ ਸਟੇਟਸ ਸੇ ਸਮਗਲਿੰਗ ਹੋਵੇ ਉਸ ਨੂੰ ਕੰਟਰੋਲ ਕਰਨ ਵਾਸਤੇ ਇਹ ਹੈ ਮਲਟੀਫੈਸਟਡ ਅਪਰੋਚ ਹੈ ਹਰ ਇੱਕ ਇੰਟੀਗ੍ਰੇਟਡ ਅਪਰੋਚ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਪੁਲਿਸ ਹੈ ਐਕਸਾਈਜ਼ ਹੈ ਇਹ ਕਲੈਕਟਿਵ ਐਫਰਟ ਹੈ ਜਿਹੜੇ ਗਰਾਊਂਡ ਲੈਵਲ ਤੇ ਜਾਂ ਸਬ ਡਿਵੀਜ਼ਨ ਲੈਵਲ ਤੇ ਪੁਲਿਸ ਦੇ ਨਾਲ ਕਿੰਨੀ ਕੁ ਕੋਆਰਡੀਨੇਸ਼ਨ ਰਹਿੰਦੀ ਹੈਗੀ ਹੈ ਕਿ ਤੁਹਾਡੇ ਅਗਰ ਐਕਸਾਈਜ਼ ਇੰਸਪੈਕਟਰ ਨੂੰ ਪਤਾ ਲੱਗਦਾ ਕਿ ਇਸ ਪਿੰਡ ਦੇ ਵਿੱਚ ਸ਼ਰਾਬ ਗੈਰ ਕਾਨੂੰਨੀ ਵਿਕ ਰਹੀ ਹੈ ਪੁਲਿਸ ਕਵਿਕ ਰਿਸਪੌਂਸ ਦਿੰਦੀ ਹੈ ਯੈਸ ਨਾਰਮਲੀ ਪੁਲਿਸ ਹੈ ਜਦੋਂ ਵੀ ਐਕਸਾਈਜ਼ ਇੰਸਪੈਕਟਰ ਰਿਕੁਐਸਟ ਕਰਦੇ ਹੈ ਜ਼ਰੂਰ ਕੋਆਪਰੇਟ ਕਰਦੇ ਹੈ ਇੰਸਪੈਕਸ਼ਨਸ ਦੇ ਵਿੱਚ ਵੀ ਹੈਲਪ ਕਰਦੇ ਹੈ ਔਰ ਉਸ ਕੇਸਿਸ ਦੇ ਵਿੱਚ ਲੌਜੀਕਲ ਕੰਕਲੂਜਨ ਲਾਉਣ ਵਿੱਚ ਵੀ ਪੁਲਿਸ ਨੇ ਕਾਫੀ ਮਦਦ ਕਰਦੇ ਹੈ ਸਰ ਪੁਲਿਸ ਦੀ ਇਹਦੇ 'ਚ ਕਿਉਂਕਿ ਹੁਣ ਜਿਹੜੇ ਸਰ ਕੈਪਟਨ ਸਾਹਿਬ ਨੇ ਲਿਆ ਸਟੈਪ ਲਏ ਨੇਗੇ ਆਫਿਸਰ ਵੀ ਸਸਪੈਂਡ ਕੀਤੇ ਪੁਲਿਸ ਵਾਲੇ ਤੁਹਾਡੇ ਐਕਸਾਈਜ਼ ਡਿਪਾਰਟਮੈਂਟ ਦੇ ਵੀ ਸਸਪੈਂਡ ਕੀਤੇ ਐਕਸਾਈਜ਼ ਡਿਪਾਰਟਮੈਂਟ ਦੀ ਕਿੰਨੀ ਕੁ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਹੈ ਗੈਰ ਕਾਨੂੰਨੀ ਜਿਹੜੀ ਲਾਹਨ ਜਾਂ ਜ਼ਹਿਰੀਲੀ ਸ਼ਰਾਬ ਪਿੰਡਾਂ 'ਚ ਵਿਕਦੀ ਆ ਨਿਕਲਦੀ ਹੈ ਸਰ ਮੈਂ ਸਮਝਦਾ ਕਿ ਜੋ ਵੀ ਐਕਸਾਈਜ਼ ਆਫਿਸਰਸ ਹੈ ਉਹਨਾਂ ਦਾ ਵੀ ਓਵਰਆਲ ਰਿਸਪੌਂਸਿਬਿਲਿਟੀ ਬਣਦੀ ਹੈ ਜੋ ਵੀ ਇਲੀਗਲ ਐਕਟੀਵਿਟੀ ਇਲੀਗਲ ਸ਼ਰਾਬ ਬਣਦੀ ਹੈ ਤਾਂ ਪਰ ਇਸ ਕੇਸ ਦੇ ਵਿੱਚ ਉਹ ਇਨਵੈਸਟੀਗੇਸ਼ਨ ਕੰਪਲੀਟ ਹੋਣਾ ਹੈ ਉਸ ਦੇ ਬਾਅਦ ਹੀ ਪਤਾ ਲੱਗਦਾ ਹੈ ਕਿਉਂਕਿ ਇੰਸਪੈਕਟਰ ਦਾ ਵੀ ਕਾਫੀ ਵੱਡਾ ਜੂਰਿਸਡਿਕਸ਼ਨ ਹੁੰਦੇ ਹੈ ਔਰ ਇਹ ਕਿਵੇਂ ਡਿਸਟਿਲੇਸ਼ਨ ਹੋ ਰਹੇ ਉਹਨਾਂ ਦਾ ਨੌਲੇਜ ਹੈ ਉਹਨਾਂ ਦਾ ਨੌਲੇਜ ਨਹੀਂ ਹੈ ਇਹ ਹੈ ਇਹ ਦੇਖਣ ਵਾਲੀ ਚੀਜ਼ ਹੈ ਆਉਣ ਵਾਲੇ ਸਮੇਂ ਵਿੱਚ ਫੁੱਲ ਇਨਵੈਸਟੀਗੇਸ਼ਨ ਰਿਪੋਰਟ ਆ ਜਾਂਦੇ ਉਸ ਦੇ ਮੁਤਾਬਕ ਜੋ ਵੀ ਇਨਵੋਲਵ ਹੈ ਆਲਰੇਡੀ ਅਸੀਂ ਸਸਪੈਂਡ ਕੀਤਾ ਸਪੋਜ਼ ਉਹਨਾਂ ਦਾ ਕੋਈ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਤਾਂ ਦੈਨ ਵੀ ਵਿਲ ਇਨੀਸ਼ੀਏਟ ਫਰਦਰ ਨੈਸੈਸਰੀ ਐਕਸ਼ਨ ਸਰ ਮੇਰਾ ਲਾਸਟ ਸਵਾਲ ਕਿਉਂਕਿ ਬਹੁਤ ਵੱਡਾ ਦਿਖਾਂਤ ਹੋਇਆ ਲੱਗਦਾ ਕਿ ਡਿਪਾਰਟਮੈਂਟ ਨੂੰ ਹੋਰ ਸਖਤ ਜਿਹੜੇ ਸਟੈਪ ਲੈਣ ਦੀ ਜ਼ਰੂਰਤ ਹੈ ਜੀ हाँ जी ये देखते हुए असी अभी साढ़ा एक्साइज एक्ट है असी भी अमेंडमेंट करने का प्रपोजल असी लेके आ रहे हैं मोस्ट प्रॉबली नैक्सट असैम्बली सैशन दे विच असी सोच रहे हैं पेश करन दा सीएम साहब ने ऑलरेडी सानू हदायत किया
ਇਸ ਨੂੰ ਐਗਜ਼ਾਮਿਨ ਕਰਨ ਵਾਸਤੇ। ਇਸ ਦੇ ਵਿੱਚ ਸਾਡਾ ਮੇਨ ਮਕਸਦ ਇਹ ਹੈ ਕਿ ਇਸ ਤਰ੍ਹਾਂ का इंसिडेंट्स फ्यूचर ਦੇ ਵਿੱਚ ਨਾ ਹੋਵੇ। एक तो ये है, दूसरा है कि बूट लेगर्स है जिस तरह का शराब बनाते हैं इलीगली स्पूरियस लिकर बनाते उन्हों के खिलाफ सख्त एक्शन होवे, उन्हों प्रॉपर्टी कन्फिस्केट करे, उन्होंने ऊपर लाइफ इंप्रिजनमेंट होवे। इस तरह का प्रोविजनस असी लेके आ रहे हैं सो दैट इस तरह का इंसीडेंट फ्यूचर ਦੇ ਵਿੱਚ ਨਾ ਹੋਵੇ। ਮਤਲਬ ਸਟੇਟ ਐਕਸੈਕਚਰ ਨੂੰ ਕਾਫੀ ਨੁਕਸਾਨ ਹੋ ਜਾਂਦਾ ਜਿਹੜੀ ਦੇਸ਼ੀ ਸ਼ਰਾਬ ਨਿਕਲੀ ਜਾਂ ਬਲੈਕ ਦੀ ਸ਼ਰਾਬ ਵਿਕਦੀ ਹੈਗੀ ਸਰ। हाँ जी, क्योंकि रकबा ही असी पंजाब ਦੇ ਵਿੱਚ आज ਦੇ ਦਿਨ 5500 ਕਰੋੜ ਤੱਕ ਅਸੀਂ ਐਕਸਪੈਕਟ ਕਰ ਰਹੇ ਇਸ ਸਾਲ रेवेन्यू ਦਾ। सो ਜਦੋਂ भी इलीगल शराब बनते हैं और ਜਦੋਂ भी इलीगल बूटलैगर्स सेल करते हैं और दूसरे स्टेटा तो आते हैं वो डायरैक्ट साढ़े रेवेन्यू ਨੂੰ ਹਿੱਟ ਕਰਦੇ हैं। इस करके इस तरह ਦਾ एक्टिविटीज़ ਕਰਬ ਕਰਨਾ डिपार्टमेंट ਦਾ ਮੇਜਰ ਰਿਸਪੌਂਸਿਬਿਲਿਟੀ ਹੈ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਵੈਰੀ ਮਚ ਜੀ। ਸਰ ਸ਼੍ਰੀ ਇਹ ਵਿਨੂ ਪ੍ਰਸਾਦ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਆਰਥਿਕ ਤੌਰ ਤੇ ਵੀ ਔਰ ਜਾਨੀ ਤੌਰ ਤੇ ਵੀ, ਔਰ ਜਲਦ ਸਰਕਾਰ ਇੱਕ ਨਵੀਂ ਐਕਟ ਦੇ ਵਿੱਚ ਅਮੈਂਡਮੈਂਟ ਕਰਨ ਜਾ ਰਹੀ ਹੈ ਕਿ ਭਵਿੱਖ ਦੇ ਵਿੱਚ ਨਾ ਹੀ ਆਰਥਿਕ ਤੌਰ ਤੇ ਨਾ ਹੀ ਜਾਨੀ ਤੌਰ ਤੇ ਨੁਕਸਾਨ ਹੋਵੇ। ਕੈਮਰਾਮੈਨ ਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਿਊਜ਼ ਚੰਡੀਗੜ੍ਹ।